ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਤੁਹਾਡੇ ਲਈ ਦੋ ਖਬਰਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ। ਇੱਕ ਖਬਰ ਵੀ ਕਈਆਂ ਦਿਨਾਂ ਦੀ ਦਰਅਸਲ ਇਹ ਗੱਲਬਾਤ ਚੱਲ ਰਹੀ ਹੈ ਜੀ। ਰਿੰਬੀ ਇੱਕ ਟਾਊਨ ਆ, ਉੱਥੇ ਇੱਕ ਹੌਸਪੀਟਲ ਦੇ ਵਿੱਚ ਡਾਕਟਰ ਡੈਨੀਅਲ ਨਗਾਸੇ ਹੈ ਨੇ। ਉਹਨਾਂ ਨੇ ਪਿੱਛੇ ਜਿਹੇ ਜਿਹੜੇ ਉੱਥੇ ਕੁਝ ਕੋਵਿਡ-19 ਦੇ ਪੇਸ਼ੈਂਟ ਸੀਗੇ, ਉਹਨਾਂ ਨੂੰ ਇੱਕ ਦਵਾਈ ਦਿੱਤੀ ਜਿਹੜੀ ਬੜੀ ਚਰਚਾ ਦੇ ਵਿੱਚ ਆਈ ਹੈ। ਗੱਲ ਦਰਅਸਲ ਇਹ ਹੋਈ ਹੈ ਜੀ ਵੀ ਉਹ ਕਿਸੇ ਇੱਕ ਜਗ੍ਹਾ ਦੇ ਉੱਤੇ ਸਪੀਕਰ ਦੇ ਤੌਰ 'ਤੇ ਗਏ ਹੋਏ ਸੀਗੇ। ਨੂਰਮਬਰਗ ਟਰਾਇਲ ਦਾ 75ਵਾਂ ਵਰ੍ਹੇਗੰਢ ਸੀਗੀ ਅਤੇ ਉੱਥੇ ਉਹ ਸਪੀਚ ਕਰ ਰਹੇ ਸੀ। ਅਤੇ ਉੱਥੇ ਉਹਨਾਂ ਨੇ ਜਦੋਂ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕਹੀਆਂ ਅਤੇ ਉਹ ਚਰਚਾ ਦਾ ਵਿਸ਼ਾ ਬਣ ਗਈਆਂ। ਅਤੇ ਜਿਉਂ ਹੀ ਉਹ ਗੱਲਾਂ ਬਾਤਾਂ ਬਾਹਰ ਨਿਕਲਣੀਆਂ ਸ਼ੁਰੂ ਹੋਈਆਂ ਅਤੇ ਪਤਾ ਲੱਗਾ ਕਿ ਡਾਕਟਰ ਨਗਾਸੇ ਹੋਰਾਂ ਨੇ ਉਸ ਹੌਸਪੀਟਲ ਦੇ ਵਿੱਚ, ਜਿੱਥੇ ਇਹ ਕਿਸੇ ਹੋਰ ਡਾਕਟਰ ਦੀ ਜਗ੍ਹਾ ਫਿਲ ਕਰ ਰਹੇ ਸੀਗੇ, ਇਹਨਾਂ ਨੇ ਕੋਵਿਡ-19 ਦੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੂੰ ਇੱਕ ਦਵਾਈ ਆਈਵਰਮੈਸਟਿਨ ਜਿਹੜੀ ਆ ਉਹ ਦਿੱਤੀ ਆ। ਉਹ ਦਵਾ ਹਾਲਾਂਕਿ ਦੇਖੋ ਉਹਨੂੰ ਯੂਜ਼ ਕਰਦਿਆਂ 30 ਸਾਲ ਦੇ ਕਰੀਬ ਹੋ ਗਿਆ ਜੀ। ਔਰ ਪਰ ਉਹਦੇ 'ਚ ਇਹ ਦੱਸਿਆ ਗਿਆ ਵੀ ਜਿਹੜੀ ਉਹ ਦਵਾਈ ਆ ਮੋਸਟਲੀ ਜਾਨਵਰਾਂ 'ਤੇ ਵਰਤੀ ਜਾਂਦੀ ਆ, ਤਾਂ ਕਿ ਜਿਹੜੇ ਉਹਨਾਂ ਦੇ ਪੈਰਾਸਾਈਟ ਪਏ ਹੋਣ ਜਾਨਵਰਾਂ ਦੇ ਢਿੱਡ ਵਿੱਚ, ਉਹਨਾਂ ਲਈ ਉਹ ਦਵਾਈ ਜਿਹੜੀ ਹੈ ਜੀ ਉਹ ਵਰਤੋਂ 'ਚ ਲਿਆਂਦੀ ਜਾਂਦੀ ਆ। ਹਿਊਮਨ ਯੂਜ਼ ਲਈ ਵੀ ਉਹ ਦਵਾ ਹੈ, ਪਰ ਉਹ ਲਿਸਟ ਕੀਤੀ ਹੋਈ ਆ ਵੀ ਉਹਦੀ ਇੱਕ ਵੱਖਰੀ ਫਾਰਮ ਆ ਜਿਹੜੀ ਹਿਊਮਨ ਲਈ ਯੂਜ਼ ਕੀਤੀ ਜਾਂਦੀ ਹੈ। ਅੱਛਾ ਜੀ, ਇਹਨਾਂ ਕੋਲ ਡਾਕਟਰ ਨਗਾਸੇ ਹੋਰਾਂ ਕੋਲ ਜਦੋਂ ਉਹ ਪੇਸ਼ੈਂਟ ਆਉਂਦੇ ਆ, ਉਹ ਕਹਿੰਦੇ ਜੀ ਵੀ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਅਤੇ ਮੈਨੂੰ ਜਿਹੜੀ ਆ ਵੀ ਉਹ ਦਵਾਈ ਪਹਿਲਾਂ ਉਹਨਾਂ ਨੇ ਦਿੱਤੀ ਆ। ਉਹ ਕਹਿੰਦੇ ਜੀ 3 ਪੇਸ਼ੈਂਟ ਸੀਗੇ ਔਰ ਕੁਝ ਕੁ ਪੇਸ਼ੈਂਟ ਤੋਂ ਕਹਿੰਦੇ ਕੁਝ ਘੰਟਿਆਂ ਦੇ ਵਿੱਚ ਹੀ ਠੀਕ ਹੋ ਗਏ। ਔਰ ਨਾਲ ਦੀ ਨਾਲ ਉਹ ਕਹਿ ਰਿਹਾ ਵੀ ਸੂਬੇ ਦੇ ਵਿੱਚ ਜਿਹੜਾ ਕੋਵਿਡ-19 ਦਾ ਇਲਾਜ ਚੱਲ ਰਿਹਾ ਵੀ ਇਹਦੇ ਵਿੱਚ ਕੁਝ ਮਤਲਬ ਨਾ ਗੱਲਾਂ ਬਾਤਾਂ ਅਜਿਹੀਆਂ ਹੋ ਰਹੀਆਂ ਜਿਹੜੀਆਂ ਸੁਖਾਵੀਆਂ ਨਹੀਂ ਹਨ। ਪਰ ਜਿਉਂ ਹੀ ਅਲਬਰਟਾ ਹੈਲਥ ਸਰਵਿਸ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਅਤੇ ਉਹਨਾਂ ਨੇ ਜੀ ਇਸ ਗੱਲ ਦੀ ਘੋਖ ਕੀਤੀ ਔਰ ਉਹਨਾਂ ਨੇ ਉਹਨੂੰ ਸਪਸ਼ਟ ਦੱਸ ਦਿੱਤਾ ਵੀ ਇਹ ਜਿਹੜੀ ਦਵਾ ਤੁਸੀਂ ਲੋਕਾਂ ਨੂੰ ਪ੍ਰਿਸਕ੍ਰਾਈਬ ਕਰ ਰਹੇ ਆ, ਇਹ ਗਲਤ ਆ, ਇਹ ਪਸ਼ੂਆਂ ਲਈ ਦਿੱਤੀ ਜਾਂਦੀ ਹੈ। ਕਿਉਂਕਿ ਪਿਛਲੇ ਦਿਨਾਂ ਵਿੱਚ ਉਹ ਲੋਕਾਂ ਦੇ ਫੋਨ ਕਾਲ ਦੇ ਜਿਹੜੇ ਆ ਜੀ ਕੁਝ ਐਮਰਜੈਂਸੀ ਵਾਲਿਆਂ ਨੂੰ ਵੀ ਆਉਣੇ ਸ਼ੁਰੂ ਹੋਏ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਦਵਾਈ ਲਈ, ਮਤਲਬ ਉਹਨਾਂ ਦੇ ਜਿਹੜੇ ਸਿੰਪਟਮ ਇੱਦਾਂ ਹੋਏ ਵੀ ਜਿਵੇਂ ਕੋਈ ਨੇ ਜ਼ਹਿਰ ਲੈ ਲਿਆ ਹੋਵੇ। ਉੱਥੇ ਉਹਨਾਂ ਨੂੰ ਫੋਨ ਕਾਲਸ ਗਏ ਨੇ ਅਤੇ ਉਹਨਾਂ ਨੇ ਫਿਰ ਉਹ ਡਾਕਟਰ ਨੂੰ ਤਾਂ ਜੀ ਉੱਥੋਂ ਪ੍ਰੈਕਟਿਸ ਕਰਨ ਤੋਂ ਹਟਾ ਦਿੱਤਾ ਵੀ ਉਹ ਲੋਕਮ ਦੇ ਤੌਰ 'ਤੇ ਉੱਥੇ ਕੰਮ ਨਹੀਂ ਕਰ ਸਕੇਗਾ। ਪਰ ਜਿਹੜਾ ਕਿਉਂਕਿ ਉਹ ਜਿਹੜੀ ਉਹਨੇ ਵੀਡੀਓ ਪੋਸਟ ਹੋਈ ਸੋਸ਼ਲ ਮੀਡੀਆ ਦੇ ਉੱਤੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਜਿਹੜਾ ਜੀ ਉਹ ਕੋਵਿਡ-19 ਬਾਰੇ ਵਹਿਮ ਭਰਮ ਜਿਹੜੇ ਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹਦੇ ਅਸਰ ਅਲਬਰਟਾ ਦੇ ਵਿੱਚ ਦੇਖੇ ਜਾ ਸਕਦੇ ਨੇ। ਕਿਉਂਕਿ ਬਹੁਤ ਸਾਰੇ ਲੋਕ ਜਿਹੜੀ ਵੈਕਸੀਨ ਦੇ ਟੀਕੇ ਲਗਾਉਣ ਤੋਂ ਪਿਛਾਂਹ ਹਟ ਰਹੇ ਸੀਗੇ। ਹਾਲਾਂਕਿ ਸੂਬੇ ਵੱਲੋਂ ਪਹਿਲਾਂ $1 ਮਿਲੀਅਨ ਦਾ ਇਨਾਮ ਵੀ ਕੱਢਿਆ ਗਿਆ, 2 ਇਨਾਮ ਕੱਢੇ ਮਿਲੀਅਨ ਡਾਲਰ ਦੇ, ਫਿਰ $100 ਵੀ ਦਿੱਤਾ ਗਿਆ ਕਿ ਬਈ ਤੁਸੀਂ ਜਿਹੜੀ ਆ ਵੈਕਸੀਨ ਦੇ ਟੀਕੇ ਲਗਵਾਓ। ਪਰ ਉਹ ਜਿਹੜਾ ਰੇਟ ਜਿਸ ਹਿਸਾਬ ਨਾਲ ਵਧਣਾ ਚਾਹੀਦਾ ਸੀ ਉਸ ਹਿਸਾਬ ਨਾਲ ਵਧੇ ਨਹੀਂ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਬਾਹਰ ਲੋਕਾਂ ਕੋਲ ਜਦੋਂ ਜਾਂਦੀ ਆਈ ਅਤੇ ਲੋਕ ਝਿਜਕਦੇ ਨੇ। ਜਦੋਂ CBC ਵਾਲਿਆਂ ਨੇ ਇਸ ਡਾਕਟਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਤੋਂ ਸਵਾਲ ਜਵਾਬ ਪੁੱਛੇ ਜਾਣ, ਤਾਂ ਉਹਨੇ ਕੋਈ ਵੀ ਰਾਬਤਾ CBC ਦੇ ਨਾਲ ਨਹੀਂ ਕੀਤਾ। ਉਹ ਕਹਿੰਦਾ ਕਿ ਮੈਂ ਕੋਈ ਵੀ ਇੰਟਰਵਿਊ ਜਿਹੜੀ ਆ ਇਸ ਗੱਲਬਾਤ ਲਈ ਨਹੀਂ ਦੇਣੀ ਚਾਹੁੰਦਾ। ਸੋ ਗੱਲ ਹੈ ਜੀ ਵੀ ਅਲਬਰਟਾ ਹੈਲਥ ਸਰਵਿਸਿਜ਼ ਵਾਲੇ ਅਤੇ ਜਿਹੜਾ ਕਾਲਜ ਆਫ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਹੈਗੇ ਆ, ਉਹ ਵੀ ਇਸ ਗੱਲ ਦੀ ਘੋਖ ਕਰ ਰਹੇ ਨੇ ਹੁਣ ਇਸ ਡਾਕਟਰ ਦੀ, ਕਿਉਂਕਿ ਇਹ ਰਜਿਸਟਰਡ ਹੈਗਾ ਜੀ ਡਾਕਟਰ BC ਦੇ ਵਿੱਚ। ਔਰ ਅਲਬਰਟਾ ਦੇ ਜਿਹੜੇ ਫਿਜ਼ੀਸ਼ੀਅਨ ਜਿਹੜਾ ਕਾਲਜ ਹੈਗਾ ਫਿਜ਼ੀਸ਼ੀਅਨ ਐਂਡ ਸਰਜਨ ਦਾ, ਉਹ ਵੀ ਇਸ ਗੱਲੋਂ ਚਿੰਤਤ ਨੇ ਔਰ ਉਹਨਾਂ ਨੂੰ ਅਵੇਅਰ ਵੀ ਨੇ ਕਿ ਹਾਂ ਵੀ ਇਹ ਬੰਦਾ ਇੱਥੇ ਪ੍ਰੈਕਟਿਸ ਕਰ ਰਿਹਾ ਹੈ। ਪਰ ਹੁਣ ਉਹਦੇ 'ਤੇ ਰੋਕ ਲਾ ਦਿੱਤੀ ਗਈ ਹੈ ਕਿ ਉਹ ਇੱਥੇ ਅਲਬਰਟਾ ਦੇ ਵਿੱਚ ਇਸ ਤਰ੍ਹਾਂ
ਜਿਹੜੀ ਪ੍ਰੈਕਟਿਸ ਨਹੀਂ ਕਰ ਸਕੇਗਾ ਰਿੰਬੀ ਟਾਊਨ ਜਿਹੜਾ ਉੱਥੇ। ਇੱਕ ਦੂਸਰੀ ਖਬਰ ਇਹ ਆ ਰਹੀ ਹੈ ਜੀ ਕਿ ਜਿਹੜੀ ਨਾ ਗੈਸ ਆ ਉਹ ਕਾਫੀ ਮਹਿੰਗੀ ਹੋ ਰਹੀ ਆ। ਉਹਦੇ 'ਚ ਕੀ ਹੋਇਆ ਵੀ $1 ਤੇ 45 ਸੈਂਟ ਦੀ ਜਿਹੜੀ ਪਰ ਲੀਟਰ ਗੈਸੋਲੀਨ ਦੀ ਕੀਮਤ ਹੋ ਗਈ ਆ। ਔਰ ਇਹਦੇ ਨਾਲ ਜਿਹੜੇ ਬਿਜ਼ਨੈਸਿਸ ਨੇ ਇਹ ਪੈਂਡੈਮਿਕ ਤੋਂ ਬਾਹਰ ਆ ਰਹੇ ਸੀਗੇ, ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਆ, ਪਰ ਉਹਨਾਂ ਨੂੰ ਇਹ ਜਿਹੜੀਆਂ ਬਹੁਤ ਤੇਜ਼ ਦੇ ਨਾਲ ਕੀਮਤਾਂ ਵਧੀਆਂ ਨੇ ਤੇਜ਼ੀ ਦੇ ਨਾਲ, ਉਹਨਾਂ ਦਾ ਹੁਣ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜਾ ਵੀ ਸਮਾਨ ਆ ਰਿਹਾ ਉਹਨਾਂ ਕੋਲ ਡਿਲੀਵਰ ਹੋ ਰਿਹਾ ਉਹ ਸਾਰੇ ਦਾ ਸਾਰਾ ਜੀ ਪਹਿਲਾਂ ਨਾਲੋਂ ਮਹਿੰਗਾ ਹੋ ਰਿਹਾ, ਕਿਉਂਕਿ ਇਹ ਫਿਊਲ ਕਾਸਟ ਜਿਹੜੀ ਆ ਵੱਧ ਰਹੀ ਆ। ਔਰ ਇਹਦੇ ਨਾਲ ਕੀ ਗਾਂਹ ਨੂੰ ਅਸਰ ਜਿਹੜਾ ਪੈ ਰਿਹਾ ਜੀ, ਇੱਕ ਹੈ ਨੇ ਬੈਂਕ ਦੇ ਨਾਲ, CIBC ਬੈਂਕ ਦੇ ਨਾਲ ਮਾਹਰ ਆ, ਉਹ ਕਹਿੰਦੇ ਜੀ ਵੀ ਦੇਖੋ ਇਹ ਇਨਫਲੇਸ਼ਨਰੀ ਪ੍ਰੈਸ਼ਰ ਜਿਹੜਾ ਆ ਉਹ ਵਧੇਗਾ, ਯਾਨੀ ਕਿ ਚੀਜ਼ਾਂ ਮਹਿੰਗੀਆਂ ਹੋਣਗੀਆਂ ਔਰ ਲੋਕਾਂ 'ਤੇ ਉਸ ਗੱਲ ਦਾ ਦਬਾਅ ਵਧਣਾ ਆ। ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਜੀ ਵੀ ਦੇਖੋ ਇਹਦੇ ਨਾਲ ਕੀ ਹੋਣਾ ਵੀ ਜਿਹੜੇ ਸੂਬੇ ਨੇ, ਸਰਕਾਰਾਂ ਆ, ਉਹਨਾਂ ਕੋਲ ਪੈਸੇ ਹੋਰ ਆਉਣਗੇ, ਲੋਕਾਂ ਦੀਆਂ ਜੇਬਾਂ 'ਚ ਵੀ ਤਨਖਾਹਾਂ ਜਿਹੜੀਆਂ ਚੰਗੀਆਂ ਆਉਣਗੀਆਂ, ਕਿਉਂਕਿ ਕੀਮਤਾਂ ਜਿਹੜੀਆਂ ਤੇਲ ਦੀਆਂ ਵੱਧ ਰਹੀਆਂ ਨੇ। ਜਿਹੜਾ ਕੱਚਾ ਤੇਲ ਆ ਉਹ ਦੁਨੀਆ ਦੇ ਵਿੱਚ ਕਾਫੀ ਮਹਿੰਗਾ ਹੋ ਰਿਹਾ ਹੈ। ਸੋ ਇਹ ਉਹਨਾਂ ਮਾਹਰਾਂ ਦਾ ਕਹਿਣਾ ਹੈਗਾ ਜੀ। ਇੱਕ ਪਾਸੇ ਉਹ ਕਹਿੰਦੇ ਵੀ ਇਹਦੀ ਮਾਰ ਲੋਕਾਂ ਨੂੰ ਪੈਣੀ ਆ, ਦੂਸਰੇ ਪਾਸੇ ਉਹ ਕਹਿ ਰਿਹਾ ਹਾਂ ਜੀ ਵੀ ਲੋਕਾਂ ਨੂੰ ਜ਼ਿਆਦਾ ਪੈਸੇ ਤਨਖਾਹ ਦੇ ਤੌਰ 'ਤੇ ਜਾਂ ਹੋਰ ਇਸ ਤਰ੍ਹਾਂ ਗਾਂਹ ਨੂੰ ਮਿਲਣਗੇ, ਅਤੇ ਸਰਕਾਰਾਂ ਕੋਲ ਵੀ ਪੈਸਾ ਜਿਹੜਾ ਆ ਉਹ ਜ਼ਿਆਦਾ ਹੋਵੇਗਾ, ਅਤੇ ਜਿਹਦੇ ਨਾਲ ਸਰਕਾਰਾਂ ਆਪਣੇ ਪ੍ਰੋਗਰਾਮ, ਸੋਸ਼ਲ ਪ੍ਰੋਗਰਾਮ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਚਲਾ ਸਕਣਗੀਆਂ। ਤੁਹਾਨੂੰ ਯਾਦ ਹੋਵੇਗਾ ਇੱਕ ਜਿਹੜਾ ਰੌਕੀ ਮਾਊਂਟੇਨਸ ਦੇ ਵਿੱਚ ਕੋਲ ਜਿਹੜੀਆਂ ਲੀਜ਼ਜ਼ ਸੀਗੀਆਂ ਜੀ, ਯਾਨੀ ਕਿ ਕੋਲ ਮਾਈਨਿੰਗ ਕਰਨ ਲਈ ਕੰਪਨੀਆਂ ਨੂੰ ਲੀਜ਼ਜ਼ ਦਿੱਤੀਆਂ ਗਈਆਂ ਸੀ, ਜਿਹਦੇ 'ਤੇ ਬੜਾ ਵਾਵੇਲਾ ਹੋਇਆ ਸੀਗਾ ਗਰਮੀਆਂ ਦੇ ਵਿੱਚ। ਐਨਵਾਇਰਮੈਂਟਲ ਗਰੁੱਪਸ ਨੇ ਵੀ ਔਰ ਉੱਥੋਂ ਦੇ ਲੋਕਲ ਜਿਹੜੇ ਵਸਿੰਦੇ ਨੇ ਰਹਿੰਦੇ, ਉਹਨਾਂ ਨੇ ਵੀ ਕਿਹਾ ਸੀਗਾ ਵੀ ਇਹ ਜਿਹੜੀ ਕੋਲ ਮਾਈਨਿੰਗ ਆ ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਦੇ ਨਾਲ ਜਿਹੜਾ ਪੀਣ ਵਾਲਾ ਪਾਣੀ ਆ ਉੱਥੋਂ ਉਹ ਖਰਾਬ ਹੁੰਦਾ ਹੈ, ਔਰ ਨਾਲ ਦੀ ਨਾਲ ਜਿਹੜੀ ਮੱਛੀ ਆ ਜੀ ਉਹਨਾਂ ਨੂੰ ਵੀ ਉਹ ਜਿਹੜਾ ਉਹਨਾਂ ਲਈ ਠੀਕ ਨਹੀਂ ਹੈ। ਯਾਨੀ ਕਿ ਜਦੋਂ ਪਾਣੀ ਜਿਹੜਾ ਆਉਂਦਾ ਜੀ ਉਹਦੇ ਵਿੱਚ ਕੈਮੀਕਲ ਰਲ ਜਾਂਦੇ ਨੇ ਅਤੇ ਉਹ ਮੱਛੀਆਂ ਦਾ ਮਰਨ ਦਾ ਸਬੱਬ ਬਣਦੇ ਨੇ। ਇਸ ਕਰਕੇ ਉਹ ਪਿੱਛੇ ਜਿਹਾ ਉਹਦੇ 'ਤੇ ਰੋਕ ਲਾ ਦਿੱਤੀ ਗਈ ਸੀ। ਪਰ ਹੈਰਾਨੀ ਹੁਣ ਇਸ ਗੱਲ ਦੀ ਹੋਈ ਆ ਕਿ ਉਹ ਜਿਹੜੀਆਂ ਕੋਲ ਹੈ ਨਾ ਮਾਈਨਿੰਗ ਦੀਆਂ ਲੀਜ਼ਜ਼, ਉਹ ਜਿਹੜੀਆਂ ਛੋਟੀਆਂ ਕੰਪਨੀਆਂ ਕੋਲ ਹੈ ਜਾਂ ਕਿਸੇ ਕੋਲ ਵੀ, ਉਹ ਕਿਸੇ ਹੋਰ ਦੂਸਰੀਆਂ ਕੰਪਨੀਆਂ ਨੂੰ ਟਰਾਂਸਫਰ ਕਰ ਰਹੀਆਂ ਨੇ, ਜਾਂ ਕਹਿ ਲਓ ਵੀ ਦੂਸਰੀਆਂ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੋਂ ਖਰੀਦ ਰਹੀਆਂ ਆ। ਇਹਦੇ 'ਤੇ ਲੋਕਾਂ ਨੂੰ ਚਿੰਤਾ ਹੋਈ ਕਿ ਬਈ ਜਦੋਂ ਉਹਨਾਂ 'ਤੇ ਰੋਕ ਲੱਗੀ ਹੋਈ ਹੈ ਅਤੇ ਉਹ ਕੰਪਨੀਆਂ ਕਿਉਂ ਖਰੀਦ ਰਹੀਆਂ ਨੇ। ਉਹਨਾਂ ਨੂੰ ਫਿਰ ਉਹਦੇ ਤੋਂ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਭਾਵੇਂ ਸੂਬਾ ਸਰਕਾਰ ਕਹਿੰਦੀ ਇੱਕ ਗੱਲ ਆ, ਪਰ ਅੰਦਰੋਂ ਅੰਦਰੀ ਉਹਨਾਂ ਵੱਡੀਆਂ ਕੰਪਨੀਆਂ ਨੂੰ ਪਤਾ ਕਿ ਇਹ ਕੰਮ ਥਰੂ ਹੋ ਜਾਣਾ ਤਾਂ ਅਸੀਂ ਇਹ ਜਿਹੜੀ ਲੀਜ਼ ਆ ਖਰੀਦ ਲਈਏ। ਜਿਹੜੇ ਸਾਡੇ ਐਨਰਜੀ ਮਿਨਿਸਟਰ ਆ ਸੋਨੀਆ ਸਾਵੇਜ ਹੁਰੀ, ਉਹਨਾਂ ਨੂੰ ਜਦੋਂ ਇਹ ਗੱਲ ਪੁੱਛੀ ਗਈ ਉਹ ਕਹਿੰਦੀ ਮੈਨੂੰ ਤਾਂ ਆਪ ਬੜੀ ਹੈਰਾਨੀ ਆ ਵੀ ਇੱਦਾਂ ਉਹ ਕੰਪਨੀਆਂ ਕਿਉਂ ਖਰੀਦ ਰਹੀਆਂ ਨੇ ਜਿਹੜੀਆਂ ਲੀਜ਼ਜ਼ ਹੈ ਨੇ। ਪਰ ਜਿਹੜੇ ਕ੍ਰਿਟਿਕ ਨੇ NDP ਪਾਰਟੀ ਦੇ, ਉਹ ਕਹਿੰਦੇ ਜੀ ਵੀ ਦੇਖੋ ਇਹ ਸਰਕਾਰ ਦਾ ਕੰਮ ਕਰਨ ਦਾ ਢੰਗ ਤਰੀਕਾ ਇਸੇ ਤਰ੍ਹਾਂ ਦਾ ਹੈ, ਔਰ ਇਹਨਾਂ ਕੰਪਨੀਆਂ ਨੂੰ ਪਤਾ ਹੈ ਕਿ ਇਹ ਜਿਹੜੀ ਹੈ ਲੀਜ਼ਜ਼ ਉਹ ਇਸ ਕਰਕੇ ਖਰੀਦ ਰਿਹਾ ਵੀ ਗਾਹਾਂ ਨੂੰ ਇਹ ਚੁੱਪ ਚਪੀਤੇ ਕੰਮ ਜਿਹੜਾ ਜੀ ਇਹਨਾਂ ਨੇ ਕਰ ਦੇਣਾ, ਯਾਨੀ ਕਿ ਅਪਰੂਵ ਕਰ ਦੇਣਾ, ਔਰ ਕੋਲ ਮਾਈਨਿੰਗ ਉੱਥੇ ਹੋਵੇਗੀ। ਹਾਲਾਂਕਿ ਉਹ ਇਲਾਕਾ ਜੀ ਐਨਵਾਇਰਮੈਂਟਲੀ ਜਿਹੜਾ ਉਹ ਲੋਕੀ ਬੜੇ ਚਿੰਤਤ ਨੇ, ਬਹੁਤ ਖੂਬਸੂਰਤ ਏਰੀਆ ਔਰ ਉਹਨੂੰ ਉਸੇ ਤਰ੍ਹਾਂ ਹੀ ਲੋਕ ਬਣਾਈ ਰੱਖਣਾ ਚਾਹੁੰਦੇ ਨੇ। ਪਰ ਜਿਹੜੀ ਆਹ ਹਰਕਤ ਹੋ ਰਹੀ ਆ ਇਹਦੇ ਤੋਂ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਹੋ ਰਹੀ ਆ। ਕੁਲਮੀਤ ਸਿੰਘ ਸੰਘਾ, ਚੈਨਲ ਪੰਜਾਬੀ, ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।